ਮਿੰਟੂ ਜੀ, ਪ੍ਰਸਿੱਧ ਕਬੱਡੀ ਖਿਡਾਰੀ ਦੇ ਘਰ ਹੋਏ ਕਾਤਲਾਨਾ ਹਮਲੇ ਦੀ ਕਹਾਣੀ ਦੇ ਵਿੱਚ ਹੁਣ ਨਵੇਂ ਕੁਝ ਮੋੜ ਆ ਰਹੇ ਨੇ, ਕੀ ਵੇਰਵਾ ਜੀ? ਜੀ ਦੇਖੋ, ਬਿਲਕੁਲ ਕੱਲ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਤਾਂ ਉਸ ਵੇਲੇ ਇੱਕ ਸਨਸਨੀ ਵਾਂਗੂ ਇਹ ਵੀਡੀਓ ਵਾਇਰਲ ਹੋਈ ਸੀਗੀ, ਜਿਹਦੇ ਵਿੱਚ ਇੱਕ ਮਸ਼ਹੂਰ ਕਬੱਡੀ ਖਿਡਾਰੀ ਕਿੰਦਾ ਬਦਨੀ ਤਾਂ ਉਹਦਾ ਰੋਣ ਕਰਲਾਪ ਨਜ਼ਰ ਆਉਂਦਾ ਹੈ ਕਿ ਉਹਦੀ ਮਾਂ ਨੂੰ ਵੱਢ ਗਿਆ ਜੀ, ਹਮਲਾ ਹੋ ਗਿਆ ਘਰ ਦੇ ਵਿੱਚ, ਬਹੁਤ ਬੁਰੀ ਤਰ੍ਹਾਂ ਉਹ ਮਾਈ ਕਰਾ ਰਹੀ ਆ। ਤਾਂ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋਇਆ ਤਾਂ ਉਹ, ਕਿਉਂਕਿ ਜਦੋਂ ਵੀਡੀਓ ਚੱਲ ਰਿਹਾ ਸੀਗਾ ਲਾਈਵ, ਤਾਂ ਉਸ ਟਾਈਮ 3 ਬੰਦਿਆਂ ਦੇ ਨਾਮ ਵੀ ਲਏ ਗਏ। ਉਹਦੇ ਵਿੱਚ ਇੱਕ ਪ੍ਰਸਿੱਧ ਕਮੈਂਟੇਟਰ ਅਮਨ ਲੋਪੋ ਵੀ ਸ਼ਾਮਲ ਸੀ, ਜਿਹੜਾ ਅਕਸਰ ਕਬੱਡੀ ਦੀ ਗੱਲ ਜਿਹੜੀ ਹੈ ਉਹ ਕਬੱਡੀ ਦੇ ਮੈਦਾਨ 'ਚ ਹੀ ਕਰ ਦਿੰਦਾ, ਕੌੜੀ ਫਿੱਕੀ ਵੀ। ਤਾਂ ਖੈਰ, ਇੱਕ ਸੁੱਖਾ ਲੋਪੋ। ਤਾਂ ਇਹ ਬੰਦੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਆਹ ਕੁਛ ਹੋ ਗਿਆ, ਇਹ ਰਾਤ ਹੀ ਦੱਸਦੇ ਆ ਕਿ ਥਾਣੇ ਚਲੇ ਗਏ ਸੀਗੇ ਤੇ ਥਾਣਾ ਵੀ ਬਦਨੀ ਦੇ ਵਿੱਚ ਆ। ਤਾਂ ਅੱਜ ਸਾਰਾ ਦਿਨ ਇਹ ਵੀਡੀਓ ਵਾਇਰਲ ਹੋਈ ਪਹਿਲਾਂ ਤਾਂ, ਪਰ ਉਸ ਤੋਂ ਬਾਅਦ ਜਿਹੜੀ ਪੁਲਿਸ ਮਤਲਬ ਕਿ ਪਹਿਲਾਂ ਤੇ ਮੰਨ ਕੇ ਚੱਲ ਰਹੀ ਸੀਗੀ ਕਿ ਹਮਲਾ ਹੋਇਆ, ਗੋਲੀ ਚੱਲੀ ਹੈ ਜੀ, ਇਹ ਹੋ ਗਿਆ, ਕਿਉਂਕਿ ਸ਼ੁਰੂ 'ਚ ਇਹ ਕਿਹਾ ਗਿਆ ਕਿ ਗੋਲੀਆਂ ਚੱਲ ਗਈਆਂ ਨੇ। ਤੇ ਜਿਹੜੇ ਆਂਢ ਗੁਆਂਢ ਵਾਲੇ ਸੀਗੇ ਉਹਨਾਂ ਨੇ ਵੀ ਕਿਹਾ ਕਿ ਬਈ ਅਸੀਂ ਤੇ ਕਿਸੇ ਨੂੰ ਦੇਖਿਆ ਨਹੀਂ ਗਾ। ਤੇ ਉਲਟਾ ਸ਼ਾਇਦ ਕਿੰਦੇ ਦੇ ਖਿਲਾਫ 1-2 ਜਿਹੜੇ ਆ ਉਹ ਉੱਥੋਂ ਗਵਾਹ ਨਿਕਲ ਆਏ ਕਿ ਕਹਾਣੀ ਤਾਂ ਕੁਛ ਹੋਰ ਹੈ ਜੀ। ਤਾਂ ਸ਼ਾਮ ਤੱਕ ਜਿਹੜੇ ਉਸ ਜ਼ਿਲ੍ਹੇ ਦੇ SSP ਆ, ਉਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਕਿਉਂਕਿ NDPS ਦਾ ਪਰਚਾ ਵੀ ਆ, ਕੁਛ ਲਾਈਫ ਵੀ ਇਹਦੀ ਡਿਸਟਰਬ ਆ ਮੁੰਡੇ ਦੀ, ਤੇ ਅੱਗੇ ਵੀ ਇਹ ਬਿਮਾਰ ਹੋ ਗਿਆ ਸੀ ਵਗੈਰਾ ਵਗੈਰਾ। ਉਹਨਾਂ ਨੇ ਗੱਲਾਂ ਕਰਕੇ ਅਖੀਰ ਕਹਿ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਹਾਲੇ ਅਸੀਂ ਤੱਥਾਂ ਦੀ ਪੜਚੋਲ ਕਰ ਰਹੇ ਹਾਂ, ਪਰ ਜਿਨ੍ਹਾਂ ਦਾ ਨਾਮ ਲਿਆ ਗਿਆ ਸੀਗਾ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਇੰਟਰੋਗੇਟ ਕਰ ਲਿਆ, ਚੰਗੀ ਤਰ੍ਹਾਂ ਇਸ ਮਾਮਲੇ ਨੂੰ ਇਨਵੈਸਟੀਗੇਟ ਕਰ ਲਿਆ, ਉਹਨਾਂ ਦਾ ਇਹਦੇ ਵਿੱਚ ਕੋਈ ਹੱਥ ਨਹੀਂ। ਤਾਂ ਇਹਦਾ ਮਤਲਬ ਹੈ ਕਿ ਕਹਾਣੀ ਜਿਹੜੀ ਇੱਕ ਨਵਾਂ ਮੋੜ ਲਵੇਗੀ। ਸਵੇਰ ਤੱਕ, ਦੁਪਹਿਰ ਤੱਕ ਬਹੁਤ ਵੱਡੇ ਪੱਧਰ ਤੇ ਵੀਡੀਓ ਜਿਹੜਾ ਹੈ ਉਹ ਸਰਕੂਲੇਟ ਹੋਇਆ। ਬਹੁਤ ਹਮਦਰਦੀ ਸੀ ਇਸ ਕਬੱਡੀ ਖਿਡਾਰੀ ਦੇ ਨਾਲ, ਜਿਹੜਾ ਪਹਿਲਾਂ ਵੀ ਬਿਮਾਰ ਰਿਹਾ, ਮਤਲਬ ਕਿ ਹੈਲਪ ਵੀ ਕੀਤੀ ਆ ਉਹਦੇ ਚਾਹਣ ਵਾਲਿਆਂ ਨੇ। ਫਿਰ ਇਸ ਤੋਂ ਇਲਾਵਾ ਪਰਿਵਾਰਕ ਮੁਹਾਜ਼ ਤੇ ਵੀ ਉਹਦੇ ਕਹਿ ਲਓ ਕਿ ਰਿਸ਼ਤੇ ਜਿਹੜੇ ਸੁਖਾਵੇਂ ਨਹੀਂ ਰਹੇ ਬੀਵੀ ਦੇ ਨਾਲ, ਤਾਂ ਘਰ ਦੇ ਵਿੱਚ ਜਿਵੇਂ ਹੁੰਦਾ ਅਕਸਰ ਆਪਾਂ, ਤਾਂ ਸੈਪਰੇਸ਼ਨ ਵੀ ਹੋਈ। ਤਾਂ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਪਹਿਲਾਂ ਹਮਦਰਦੀ ਦੇ ਤੌਰ ਤੇ ਵਿਚਰਿਆ, ਤਾਂ ਫਿਰ ਉਸ ਤੋਂ ਬਾਅਦ ਇਹ ਕਹਾਣੀ ਮੁੜਦੀ ਕਿਸੇ ਹੋਰ ਦਿਸ਼ਾ ਨੂੰ ਮੁੜਦੀ ਨਜ਼ਰ ਆ ਰਹੀ ਆ। ਹਾਲਾਂਕਿ ਇੰਸਪੈਕਟਰ ਜਿਹੜੇ ਉੱਥੋਂ ਦੇ ਹੈਗੇ ਨੇ, ਉਹਨਾਂ ਨੇ ਕਿਹਾ ਸੀਗਾ, SHO ਸ਼ਾਇਦ, ਉਹ ਕਹਿੰਦੇ ਸੀਗੇ ਕਿ ਅਸੀਂ ਸ਼ਾਮ ਤੱਕ ਨਿਤਾਰਾ ਕਰ ਦਿਆਂਗੇ, ਪਰ ਦੇਰ ਸ਼ਾਮ ਤੱਕ ਹਾਲੇ ਕੋਈ ਉਹਨਾਂ ਨੇ ਫਾਈਨਲ ਗੱਲ ਨਹੀਂ ਦੱਸੀ ਕਿ ਕਿਹਦੇ ਖਿਲਾਫ ਪਰਚਾ ਦਰਜ ਹੋਣ ਜਾ ਰਿਹਾ। ਤਾਂ ਇਹ ਮਾਮਲਾ ਆਪਣੇ ਆਪ ਵਿੱਚ ਇੱਕ ਬਹੁਤ ਗੁੰਝਲਦਾਰ ਮਾਮਲਾ ਬਣ ਗਿਆ, ਜਿਹੜਾ ਸਵੇਰ ਤੱਕ ਬਹੁਤ ਸਨਸਨੀਖੇਜ਼ ਸੀਗਾ। ਮਿੰਟੂ ਜੀ, ਜਦੋਂ ਬੀਤੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ, ਤੇ ਉਸ ਤੋਂ ਬਾਅਦ ਫਿਰ ਇਹ ਗੱਲ ਆਈ ਸੀ ਵੀ ਉਹਨਾਂ ਨੇ ਆਪ ਇਹ ਜਥੇਦਾਰੀ ਛੱਡੀ ਆ, ਸੋ ਉਹਨੂੰ ਲੈ ਕੇ ਕਾਫੀ ਗੱਲਬਾਤ ਚੱਲਦੀ ਰਹੀ। ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਤੇ ਹਮਲਾ ਬੋਲਿਆ, ਤੇ ਨਾਲ ਇਹ ਵੀ ਕਾਰਨ ਦੱਸਿਆ ਵੀ ਉਹਨਾਂ ਨੇ ਜਥੇਦਾਰੀ ਤੋਂ ਆਪ ਲਾਂਭੇ ਕਿਉਂ ਹੋਏ ਨੇ। ਹਾਂਜੀ ਬਿਲਕੁਲ, ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਸਿਆਸੀ ਪਾਵਰ ਮੇਰੇ ਤੇ ਹਾਵੀ ਹੋਣ ਲੱਗੀ ਤਾਂ ਮੈਂ ਛੱਡ ਦਿੱਤਾ। ਇਹ ਵੀ ਨਾਲ ਇਹਨਾਂ ਨੇ ਦੱਸ ਦਿੱਤਾ। ਤਾਂ ਸਿਆਸੀ ਪਾਵਰ ਹੁਣ ਕਾਹਦੇ ਮਸਲੇ ਤੇ ਸੀ, ਕਿਉਂ ਸੀ, ਕੌਣ ਸੀ, ਇਹ ਤੇ ਨਹੀਂ ਉਹਨਾਂ ਨੇ ਬਿਆਨ ਕੀਤਾ। ਪਰ ਜਿਹੜਾ ਵਲਟੋਹਾ ਵਾਲਾ ਮਾਮਲਾ ਹੈ, ਤੁਹਾਨੂੰ ਯਾਦ ਹੋਏਗਾ ਕਿ ਵਲਟੋਹਾ ਸਾਹਿਬ ਨੇ ਇੱਕ ਪੋਸਟ ਪਾਈ ਸੀਗੀ। ਪੋਸਟ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੇ ਵਜੋਂ ਸੇਵਾ ਨਿਭਾਵੇ, ਉਹ ਜ਼ਰੂਰੀ ਨਹੀਂ ਹੈ ਕਿ ਉਹਦਾ ਗ੍ਰੰਥੀ ਜਾਂ ਵਿਦਵਾਨ ਹੋਣਾ ਜ਼ਰੂਰੀ ਹੈ, ਕਥਾਵਾਚਕ ਹੋਣਾ ਜ਼ਰੂਰੀ ਹੈ, ਉਹ ਦਲੇਰ ਹੋਣਾ ਚਾਹੀਦਾ ਆ। ਤਾਂ ਇਹਦੇ ਜਵਾਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਵਲਟੋਹਾ ਸਾਹਿਬ ਵਾਹਵਾ ਦਲੇਰ ਹੈ, ਫਿਰ ਇਹਨਾਂ ਨੂੰ ਜਥੇਦਾਰ ਬਣਾ ਲੈਣਾ। ਤੇ ਉਹਨਾਂ ਦਾ ਕਹਿ ਲਓ ਕਿ ਆਪਣਾ ਜਿਵੇਂ ਦਿਲੋਂ ਆਪਾਂ ਕਹਿੰਦੇ ਆ ਨਾ ਕਿ ਦਿਲੋਂ ਬੋਲਣਾ ਲੱਗਦਾ ਸੀਗਾ, ਦਿਲੋਂ ਰੰਜ ਦੇ ਨਾਲ ਜਿੱਦਾਂ ਕੋਈ ਬੋਲਦਾ ਹੈ। ਤੇ ਕਿ ਇਹ ਮਾਮਲਾ ਜਿਹੜਾ ਹੈ ਨਾ, ਵੈਸੇ ਵੀ ਜੇ ਤੁਸੀਂ ਦੇਖੋਗੇ ਵਿਰਸਾ ਸਿੰਘ ਵਲਟੋਆ ਰਾਘਵ ਚੱਡਾ ਵਾਲੇ ਮਾਮਲੇ ਤੇ ਵੀ ਖਾਸੇ ਗਰਮ ਨਜ਼ਰ ਆਏ ਸੀਗੇ। ਤਾਂ ਥੋੜਾ ਜਿਹਾ ਹੋ ਜਾਂਦਾ ਹੈ ਨਾ, ਕਿਤੇ ਤਲਖ ਕਲਾਮੀ ਪਹਿਲਾਂ ਵੀ ਹੋਈ ਹੁੰਦੀ ਆ। ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਕਿਹਾ। ਹੋਰ ਵੀ ਉਹਨਾਂ ਨੇ ਖਾਸੀਆਂ ਗੱਲਾਂ ਕਹੀਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਜਥੇਦਾਰ ਰਘਵੀਰ ਸਿੰਘ ਜੀ ਹੈ, ਤਾਂ ਬਈ ਉਹਨਾਂ ਦੇ ਨਾਲ ਮੇਰੇ ਮਿੱਤਰਤਾ ਵਾਲੇ ਸਬੰਧ ਨੇ, ਬਣੇ ਰਹਿਣਗੇ। ਹਾਸੇ ਮਜ਼ਾਕ 'ਚ ਉਹਨਾਂ ਨੇ ਕਿਹਾ ਕਿ ਸਾਡੀ ਯਾਰੀ ਦਿੱਲੀ ਵਾਲਿਆਂ ਨਾਲ ਆ, ਤੇ ਬਈ ਅਸੀਂ ਕੌਮ ਦਾ ਨੁਕਸਾਨ ਨਹੀਂ ਕੀਤਾ, ਯਾਰੀ ਦੋਸਤੀ ਕਿਸੇ ਨਾਲ ਵੀ ਰਵੇ। ਖਾਸੀਆਂ ਗੱਲਾਂ ਕਹੀਆਂ ਨੇ ਉਹਨਾਂ ਨੇ, ਪਰ ਮੁੱਢ ਜਿਹੜਾ ਉਹਨਾਂ ਨੇ ਇਸ ਗੱਲ ਦਾ ਬੰਨਿਆ ਉਹ ਇਉਂ ਹੀ ਬੰਨਿਆ ਕਿ ਬਈ ਜਦੋਂ ਸਿਆਸਤ ਹਾਵੀ ਹੋਣ ਲੱਗੀ ਤੇ ਮੈਂ ਆਪ ਹੀ ਪਾਸੇ ਹੋ ਗਿਆ। ਪਰ ਹੁਣ ਉਹ ਕਿਹਦੇ ਜ਼ਰੀਏ ਸੀ, ਕਿਹਦੇ ਮਾਰਫਤ ਸੀ, ਤੇ ਉਹ ਕਾਹਦੇ ਕਰਕੇ ਸੀਗੀ। ਤਾਂ ਇਹਦੇ ਵਿੱਚ ਹੁਣ ਕਈ ਫਿਰ ਵਜ੍ਹਾ ਜਿਹੜੀਆਂ ਸਾਹਮਣੇ ਆਉਂਦੀਆਂ ਨੇ।
ਜੀ ਦੂਜੀ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਤੇ ਇੱਕ ਐਂਗਲ ਤੋਂ ਜਿਹੜੀ ਆ ਨਾ ਉਹ ਵਿਚਾਰੀ ਜਾਂਦੀ ਆ ਕਿ ਆਉਣ ਵਾਲੇ ਦਿਨਾਂ ਵਾਸਤੇ ਅਕਾਲੀ ਦਲ ਚੋਂ ਇੱਕ ਧੜਾ ਜਿਹੜਾ ਉਹ ਇਹ ਮੰਨ ਕੇ ਚੱਲਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜੋ ਜਾਣੇ ਅਣਜਾਣੇ ਚ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕੀਤੀ ਆ ਉਹਦੇ ਤੇ ਮੋਹਰ ਲਾ ਦੇਣ ਜਥੇਦਾਰ ਸਾਹਿਬ। ਤੇ ਜਥੇਦਾਰ ਸਾਹਿਬ ਯਾਨੀ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਇਸ ਕੰਮ ਵਾਸਤੇ ਰਾਜ਼ੀ ਨਹੀਂ ਹੋਏ। ਤਾਂ ਇਹ ਵੀ ਚਰਚਾ ਚੱਲਦੀ ਹੈ। ਤਾਂ ਉਹਨਾਂ ਨੇ ਹੁਣ ਜਿਹੜਾ ਹਿੰਟ ਦਿੱਤਾ ਇਹ ਆਪਣੇ ਆਪ ਦੇ ਵਿੱਚ ਇੱਕ ਸਸਪੈਂਸ ਤਾਂ ਰਹਿ ਹੀ ਗਿਆ, ਇੱਕ ਹੁਣ ਵਿਸ਼ਲੇਸ਼ਕਾਂ ਵਾਸਤੇ ਇੱਕ ਕਹਿ ਲਓ ਬੁਝਾਰਤ ਵੀ ਬਣ ਗਿਆ। ਜੀ ਮਿੰਟੂ ਜੀ, ਡੀਐਸਪੀ ਸੇਖੋਂ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ ਤੇ ਕਾਫੀ ਸੁਰਖੀਆਂ ਦੇ ਵਿੱਚ ਚਰਚਾ ਦੇ ਵਿੱਚ ਰਹੇ, ਉਹਨਾਂ ਦਾ ਅਦਾਲਤੀ ਮਾਮਲਾ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਜੋ ਕਰਦੇ ਰਹੇ, ਹੁਣ ਡੀਐਸਪੀ ਸੇਖੋਂ ਨੇ ਮਾਫੀ ਮੰਗੀ ਹੈ ਜੀ। ਹਾਂਜੀ, ਇਹ ਬਿਲਕੁਲ ਵੱਡੀ ਗੱਲ ਆ ਵੈਸੇ, ਕਿਉਂਕਿ ਇਹਨਾਂ ਦੇ ਨਾਲ ਦੇ ਸਾਥੀ ਪ੍ਰਦੀਪ ਸ਼ਰਮਾ ਨੇ ਮਾਫੀ ਮੰਗ ਲਈ ਸੀਗੀ ਪਿਛਲੇ ਮਹੀਨੇ, ਉਹਨਾਂ ਨੂੰ ਮਾਫੀ ਮਿਲ ਗਈ ਸੀ, ਪ੍ਰਵਾਨ ਹੋ ਗਈ ਸੀਗੀ। ਪਰ ਬਲਵਿੰਦਰ ਸਿੰਘ ਸੇਖੋਂ ਬਾਰੇ ਕਿਹਾ ਜਾਂਦਾ ਸੀਗਾ ਕਿ ਇਹ ਝੁਕੇਗਾ ਨਹੀਂ, ਜਿਵੇਂ ਪੁਸ਼ਪਾ ਝੁਕੇਗਾ ਨਹੀਂ, ਵੀ ਬਲਵਿੰਦਰ ਸਿੰਘ ਸੇਖੋਂ ਝੁਕਣ ਵਾਲਾ ਨਹੀਂ, ਕਿਉਂਕਿ ਹੁਣ ਤੱਕ ਬਲਵਿੰਦਰ ਸਿੰਘ ਸੇਖੋਂ ਦਾ ਜਿਹੜਾ ਸਟੈਂਡ ਰਿਹਾ ਉਹ ਬੜਾ ਸਪਸ਼ਟ ਤੇ ਬੜਾ ਦਲੇਰਾਨਾ ਰਿਹਾ ਜੀ। ਪਰ ਕਈ ਵਾਰ ਕੀ ਹੁੰਦਾ ਕਿ ਕੁਝ ਚੀਜ਼ਾਂ ਜਿਹੜੀਆਂ ਜਦੋਂ ਤੁਹਾਨੂੰ ਰੂਬਰੂ ਹੋ ਕੇ ਭਵਿੱਖ ਦਿਖਾਉਂਦੀਆਂ ਨੇ ਨਾ ਕਿ ਭਵਿੱਖ ਕੈਸਾ ਹੋਏਗਾ, ਤੇ ਫਿਰ ਬੰਦਾ ਸੋਚਦਾ ਹੈ ਕਿ ਵਰਤਮਾਨ ਦੇ ਵਿੱਚ ਕੁਝ ਚੀਜ਼ਾਂ ਠੀਕ ਕਰ ਲਈਆਂ ਜਾਣ ਤਾਂ ਕਿ ਉਸ ਭਵਿੱਖ ਤੋਂ, ਖਤਰਨਾਕ ਭਵਿੱਖ ਤੋਂ ਟਾਲਾ ਹੋ ਜਾਵੇ। ਤੇ ਮਸਲਾ ਇਹ ਆ ਕਿ ਇਹਨਾਂ ਨੂੰ ਇੱਕ ਤੇ ਸਜ਼ਾ ਹਾਈ ਕੋਰਟ ਨੇ ਦਿੱਤੀ ਆ ਜੀ, ਸੁਪਰੀਮ ਕੋਰਟ ਤੱਕ ਨੇ ਇਹਨਾਂ ਦੀ ਸੁਣਵਾਈ ਨਹੀਂ ਕਰਨੀ। ਦੂਜੀ ਚੀਜ਼ ਕਿ ਇੱਕ FIR ਹੋਰ ਪੈਂਡਿੰਗ ਪਈ ਆ ਜਿਹਦੇ 'ਚ ਇਹਨਾਂ ਨੂੰ ਬੇਲ ਤੇ ਮਿਲ ਗਈ ਆ ਜੀ, ਬੇਲ ਮਿਲ ਗਈ ਆ, ਉਹ ਵੀ ਇਹਨਾਂ ਦੀ ਕਹਿ ਲਓ ਕਿ ਖੁਸ਼ਕਿਸਮਤੀ ਆ ਰੱਬੂ। ਉਹ ਬੇਲ ਜਿਹੜੀ ਸੀਗੀ ਉਹ ਹੇਠਲੀ ਅਦਾਲਤ ਨੇ ਪ੍ਰਵਾਨ ਕਰ ਲਈ, ਜੇ ਹਾਈ ਕੋਰਟ 'ਚ ਜਾਂਦੇ ਤਾਂ ਹਾਈ ਕੋਰਟ ਨੇ ਫੇਰ ਰਗੜ ਦੇਣਾ ਸੀਗਾ, ਪਰ ਕੇਸ ਤਾਂ ਉਹ ਚੱਲੇਗਾ। ਸੋ ਇਸ ਕਰਕੇ ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੋ ਗਿਆ ਕਿ ਭਾਈ ਆਉਣ ਵਾਲਾ ਸਮਾਂ ਕਸੂਤਾ ਹੈ। ਉਦਾਂ ਇਹਨਾਂ ਦੀ ਜੇ ਰਿਹਾਈ ਆਪਾਂ ਦੇਖੀਏ 6 ਮਹੀਨਿਆਂ ਦੀ ਕੈਦ ਮੰਨ ਕੇ ਚੱਲੀਏ ਤਾਂ ਉਹ ਅਗਸਤ 'ਚ ਹੋਣੀ ਆ ਜੀ। ਪਰ ਹੁਣ ਇਹਨਾਂ ਨੇ ਜਿਹੜੀ ਮਾਫੀ ਦਿੱਤੀ ਹੈ, ਵੈਸੇ ਤਾਂ ਮੈਨੂੰ ਪਿਛਲੇ ਮਹੀਨੇ ਪਤਾ ਲੱਗਿਆ ਸੀ ਕਿ 35 ਸਫ਼ਿਆਂ ਦਾ ਕੋਈ ਇਹਨਾਂ ਨੇ ਮਾਫੀਨਾਮਾ ਦਿੱਤਾ ਹੈ, ਪਰ ਉਹਦੇ ਵਿੱਚ ਇਹਨਾਂ ਨੇ ਆਪਣੇ ਜਜ਼ਬਾਤ ਵਧੇਰੇ ਲਿਖੇ ਨੇ ਕਿ ਭਾਈ ਪੰਜਾਬ ਦਾ ਮਸਲਾ ਸੀਗਾ, ਅਸੀਂ ਇਸ ਕਰਕੇ ਇਹ ਚੁੱਕਿਆ, ਉਹਦੇ ਵਿੱਚ ਕੋਈ ਭਾਵਨਾ ਨਹੀਂ ਸੀ, ਪਰ ਉਹ ਹਾਈ ਕੋਰਟ ਨੇ ਮੰਨਿਆ ਨਹੀਂ ਜੀ। ਹੁਣ ਇਹਨਾਂ ਨੇ ਸ਼ਾਇਦ ਸੋਧ ਕੇ ਦਿੱਤਾ ਉਹ, ਤੇ ਉਸ ਨੂੰ ਕੰਸੀਡਰ ਕਰਨ ਵਾਸਤੇ 25 ਜੁਲਾਈ ਨੂੰ ਸ਼ਾਇਦ ਸੁਣਵਾਈ ਹੋਏਗੀ, ਮਤਲਬ ਕਿ ਰਿਹਾਈ ਦੀ ਤਰੀਕ ਵੀ ਨੇੜੇ ਆ ਜਾਏਗੀ, ਉਧਰੋਂ ਸੁਣਵਾਈ ਹੋਵੇਗੀ। ਪਰ ਇਹ ਸਾਫ਼ ਹੈ, ਸਪਸ਼ਟ ਇਹਨਾਂ ਦੇ ਇੱਕ ਸਾਥੀ ਨਾਲ ਸਾਡੀ ਗੱਲ ਹੋਈ ਸੀਗੀ, ਉਹਨਾਂ ਨੇ ਕਿਹਾ, ਉਹਨਾਂ ਨੇ ਪੁਸ਼ਟੀ ਕੀਤੀ ਹੈ, ਉਹ ਕਹਿੰਦੇ ਕਿ ਜੀ ਵਾਕਿਆ ਇਹ ਗੱਲ ਬਿਲਕੁਲ ਦਰੁਸਤ ਹੈ, ਤੁਹਾਡੀ ਜਾਣਕਾਰੀ ਸਹੀ ਆ, ਮਾਫੀ ਉਹਨਾਂ ਨੇ ਮੰਗੀ ਆ, ਪਰ ਉਹ ਮਾਫੀ ਪ੍ਰਵਾਨ ਹੁੰਦੀ ਹੈ ਕਿ ਨਹੀਂ ਹਾਈ ਕੋਰਟ ਦੇ ਵਿੱਚ, ਇਹ ਇੱਕ ਹੁਣ ਵੱਖਰੀ ਸਟੋਰੀ ਹੋਏਗੀ। ਤਾਂ ਦੇਖੋ ਹੁਣ ਕੀ ਬਣਦਾ। ਪਰ ਬਲਵਿੰਦਰ ਸਿੰਘ ਸੇਖੋਂ ਹੋਰਾਂ ਨੂੰ ਕਾਫੀ ਤਲਖ ਤਜਰਬਾ ਹੋਇਆ ਹੋਏਗਾ ਕਿ ਜਿਨ੍ਹਾਂ ਵਾਸਤੇ ਉਹ ਲੜਾਈ ਲੜਦੇ ਰਹੇ, ਮੈਨੂੰ ਲੱਗਦਾ ਕਿ ਵਿਰਲੇ ਚੁਨਿੰਦਾ ਛੱਡ ਕੇ ਉਹਨਾਂ ਨੂੰ ਹੁਣ ਕੋਈ ਯਾਦ ਵੀ ਨਹੀਂ ਕਰਦਾ ਹੋਏਗਾ। ਮਿੰਟੂ ਜੀ, ਪੰਜਾਬ ਦੇ ਵਿੱਚ ਵੀ ਹੁਣ ਕੀ ਸਰਕਾਰ ਇਸ ਪਾਸੇ ਨੂੰ ਕਦਮ ਚੁੱਕ ਰਹੀ ਹੈ ਕਿ ਜੇ ਕਿਸੇ ਕੋਲ ਥੋੜੀ ਮਾਤਰਾ ਦੇ ਵਿੱਚ ਡਰੱਗਸ ਹੋਣ ਤਾਂ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਸੁੱਟਿਆ ਜਾਏਗਾ। ਸੋ ਬੇਸਿਕਲੀ ਇਸ ਵਰਤਾਰੇ ਨੂੰ ਕਾਨੂੰਨੀ ਕਾਰਵਾਈ ਦੇ ਸਿਲਸਿਲੇ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ। ਦੇਖੋ, ਤੁਹਾਡੇ ਤੋਂ ਖਬਰਾਂ ਸੁਣ ਕੇ ਹੁਣ ਪੰਜਾਬ ਸਰਕਾਰ ਵੀ ਕਾਪੀ ਪੇਸਟ ਕਰੇਗੀ ਕਿਉਂਕਿ ਆਪਾਂ ਗੱਲਾਂ ਸੁਣਦੇ ਆ ਨਾ ਕਿ ਕੈਨੇਡਾ 'ਚ ਐ ਹੋ ਗਿਆ ਜੀ, ਇੱਥੇ ਆ ਹੋ ਗਿਆ, ਇੱਥੇ ਆ ਚੀਜ਼ ਲੀਗਲਾਈਜ਼ ਕਰ ਦਿੱਤੀ ਆ, ਇੰਨੀ ਕੁਆਂਟੀਟੀ ਦੇ ਵਿੱਚ ਖੋਲ੍ਹ ਹੋ ਗਈ ਆ, ਤਾਂ ਲੱਗਦਾ ਇਹੋ ਆ ਕਿ ਪੰਜਾਬ 'ਚ ਵੀ ਇਹ ਹੋ ਸਕਦਾ ਆ। ਕਿਉਂਕਿ ਵੇਖੋ, ਸਰਕਾਰ ਜਿਹੜੀ ਹੁੰਦੀ ਹੈ ਯਕਦਮ ਕਈ ਵਾਰ ਫੈਸਲਾ ਲਾਗੂ ਨਹੀਂ ਕਰਦੀ ਹੁੰਦੀ, ਥੋੜੀ ਉਹ ਚਰਚਾ ਛੇੜਦੀ ਆ, ਚਰਚਾ ਛੇੜਨ ਤੋਂ ਬਾਅਦ ਫਿਰ ਹੌਲੀ ਗੱਲ ਜਿਹੜੀ ਆ ਉਹ ਰੇੜੇ ਪੈਂਦੀ ਆ, ਤੇ ਫਿਰ ਇੱਕ ਦਿਨ ਉਹਦੇ ਤੇ ਅਮਲ ਸ਼ੁਰੂ ਹੋ ਜਾਂਦਾ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜਿਹੜੇ ਪੇਸ਼ੇ ਤੋਂ ਡਾਕਟਰ ਨੇ, ਬੜੇ ਪੁਰਾਣੇ ਡਾਕਟਰ ਨੇ, ਤਾਂ ਉਹਨਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਬਾਈ ਜੇ ਕੋਈ ਥੋੜੀ ਮਿਕਦਾਰ ਦੇ ਵਿੱਚ ਡਰੱਗ ਕੈਰੀ ਕਰ ਰਿਹਾ ਹੈ, ਉਹੀ ਗੱਲ ਆ ਗਈ, ਉਹੀ ਕਹਾਣੀ ਤੁਹਾਡੇ ਬਾਰੇ ਜੋ ਕੁਝ ਸਟੇਟਾਂ ਦੇ ਵਿੱਚ ਹੈ ਸ਼ਾਇਦ ਜਾਂ ਸ਼ਹਿਰਾਂ ਦੇ ਵਿੱਚ ਆ ਕਿ ਥੋੜੀ ਮਾਤਰਾ 'ਚ ਜੇਕਰ ਕਿਸੇ ਕੋਲੋਂ ਡਰੱਗ ਫੜਿਆ ਜਾਂਦਾ ਹੈ ਤਾਂ ਉਹਨੂੰ ਜੇਲ੍ਹ 'ਚ ਨਹੀਂ ਸੁੱਟਿਆ ਜਾਏਗਾ। ਜੇਲ੍ਹ 'ਚ ਸੁੱਟਣ ਦੀ ਥਾਂ ਤੇ ਉਹਦਾ ਨਸ਼ਾ ਛਡਾਊ ਕੇਂਦਰ 'ਚ ਲਿਜਾ ਕੇ ਤੇ ਇਲਾਜ ਸ਼ੁਰੂ ਕੀਤਾ ਜਾਏਗਾ। ਸੋ ਇਹ ਇਹਨਾਂ ਦਾ ਜਿਹੜਾ ਬਿਆਨ ਆ, ਇਹ ਸੰਕੇਤਕ ਸਮਝਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ
ਕਿ ਇਸ ਤਰ੍ਹਾਂ ਦੀ ਖੁੱਲ੍ਹ ਜਿਹੜੀ ਹੈ ਉਹ ਹੋ ਜਾਵੇ। ਪਰ ਜੇ ਇਸ ਤਰ੍ਹਾਂ ਦੀ ਡਰੱਗ ਦੀ ਖੁੱਲ੍ਹ ਆ ਤੇ ਇੱਕ ਬਹੁਤ ਵੱਡਾ ਤਬਕਾ ਉਰੇ ਤੁਹਾਨੂੰ ਪਤਾ ਖਾਸ ਦੀ ਖੇਤੀ ਦੀ ਮੰਗ ਕਰਦਾ ਕਿ ਬਈ ਇਹਦੇ ਨਾਲ ਤਾਂ ਬਚ ਹੀ ਜਾਵਾਂਗੇ। ਉਹ ਕਈ ਤਾਂ ਭਾਈ ਸਾਹਿਬ ਕਹਿੰਦੇ ਕਿ ਬਈ ਇਹ ਤੇ ਕਹਿ ਲਓ ਕਿ ਰਾਮਬਾਣ ਹੈ ਸਾਰੀਆਂ ਬਿਮਾਰੀਆਂ ਦਾ, ਤੁਸੀਂ ਇਲਾਜ ਕਰਕੇ ਤਾਂ ਵੇਖੋ ਨਜ਼ਾਰਾ ਹੀ ਆ ਜਾਊਗਾ। ਤਾਂ ਫਿਰ ਉਹ ਮੰਗ ਜਿਹੜੀ ਆ ਉਹ ਵੀ ਮੰਨਣੀ ਪਊਗੀ, ਕਿਉਂਕਿ ਜਦੋਂ ਤੁਸੀਂ ਇੱਕ ਡਿਸੀਜਨ ਇਸ ਤਰ੍ਹਾਂ ਦਾ ਪੰਜਾਬ ਚ ਲਓਗੇ ਤਾਂ ਪੋਲੀਟੀਕਲੀ ਤੁਹਾਨੂੰ ਪਤਾ ਹੈ ਕਿ ਇੱਕ ਦਬਾਅ ਦੂਸਰੀ ਸਾਈਡ ਤੋਂ ਵੀ ਬਣਨਾ ਸ਼ੁਰੂ ਹੋਏਗਾ ਜੀ ਕਿ ਉਹਦੇ ਵਾਸਤੇ ਵੀ ਤਿਆਰੀ ਕੀਤੀ ਜਾ ਰਹੀ ਹੈ। ਕਿਉਂਕਿ ਦੇਖੋ ਜਿਹੜੇ ਡਾਕਟਰ ਬਲਵੀਰ ਸਿੰਘ ਨੇ ਨਾ, ਜਿੰਨਾ ਕੁ ਮੈਂ ਇਹਨਾਂ ਨੂੰ ਹੁਣ ਤੱਕ ਸਮਝਿਆ ਖਾਸ ਤੌਰ ਤੇ ਡਰੱਗ ਦੇ ਮੁੱਦੇ ਤੇ, ਕਿਉਂਕਿ ਡਰੱਗ ਹੀ ਵੱਡੀ ਚੁਣੌਤੀ ਆ, ਤਾਂ ਇਹਨਾਂ ਨੇ ਹਮੇਸ਼ਾ ਇਸ ਮਾਮਲੇ ਦੇ ਵਿੱਚ ਖੁੱਲ੍ਹ ਦਿਲੀ ਨਾਲ, ਇੱਕ ਤਾਂ ਹੁੰਦਾ ਨਾ ਕੋਈ ਵੀ ਮੰਤਰੀ ਉਹਨਾਂ ਦੇ ਸਾਹਮਣੇ ਜੇ ਸਵਾਲ ਚੁੱਕੋਗੇ ਖਸਖਸ ਦੀ ਖੇਤੀ, ਉਹ ਕਹਿਣਗੇ ਛੱਡ ਯਾਰ ਪਰੇ ਦਫਾ ਕਰ, ਉਹਨਾਂ ਨੂੰ ਸਿਆਸੀ ਨਫੇ ਨੁਕਸਾਨ ਦੀ ਹੁੰਦੀ ਹੈ। ਪਰ ਇਹ ਬਹੁਤ ਖੁੱਲ੍ਹ ਕੇ ਉਹਦੇ ਤੇ ਆਰਗੂਮੈਂਟ ਕਰਦੇ ਨੇ, ਉਹਦੇ ਤੋਂ ਭੱਜਦੇ ਨਹੀਂ। ਤਾਂ ਇਹ ਸੰਕੇਤਕ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਰਕਾਰ ਸ਼ਾਇਦ ਇਹ ਹੀਲਾ ਵੀ ਅਪਣਾ ਲਵੇ। ਬਾਕੀ ਤਾਂ ਹੀਲੇ ਵਿਅਰਥ ਗਏ ਨੇ, ਡਰੱਗ ਨਹੀਂ ਰੁਕ ਰਹੀ, ਬਰਬਾਦੀ ਨਹੀਂ ਰੁਕ ਰਹੀ, ਓਵਰਡੋਜ਼ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨਹੀਂ ਰੁਕ ਰਹੀਆਂ, ਜਿਹੜੀਆਂ ਆਹ ਝਪਟਮਾਰੀਆਂ ਛੋਟੀਆਂ ਮੋਟੀਆਂ ਚੋਰੀਆਂ ਤੋਂ ਲੈ ਕੇ ਕਤਲੋਗਾਰਤ ਤੱਕ ਜੋ ਕ੍ਰਾਈਮ ਹੋ ਰਹੇ ਨੇ ਉਹ ਨਹੀਂ ਰੁਕ ਰਹੇ। ਪਰ ਹੋ ਸਕਦਾ ਕਹਿੰਦੇ ਹੁਣ ਕਿ ਆ ਥੋੜਾ ਜਿਹਾ ਅਜ਼ਮਾ ਕੇ ਦੇਖ ਲਈਏ, ਸ਼ਾਇਦ ਇਹ ਨੁਸਖਾ ਕੰਮ ਕਰ ਜਾਵੇ। ਦੇਖਦੇ ਹਾਂ ਮਿੰਟੂ ਜੀ, ਕਿਉਂਕਿ ਜਿਹੜੀ ਉਹ ਗੱਲ ਹੈ ਨਾ ਕਿ ਜਿਨ੍ਹਾਂ ਦੇ ਕੋਲ ਨਸ਼ੇ ਫੜੇ ਜਾਣਗੇ ਉਹਨਾਂ ਨੂੰ ਫਿਰ ਇਲਾਜ ਪ੍ਰਦਾਨ ਕੀਤਾ ਜਾਏਗਾ। ਹੁਣ ਇਲਾਜ ਕਿਹੜੇ ਹਿਸਾਬ ਨਾਲ ਪ੍ਰਦਾਨ ਕੀਤਾ ਜਾਂਦਾ, ਜਿੱਥੇ ਇਲਾਜ ਕਰਵਾਇਆ ਜਾ ਰਿਹਾ ਕੀ ਉੱਥੇ ਸੱਚਮੁੱਚ ਉਹ ਨਸ਼ੇ ਛੱਡ ਸਕਣਗੇ? ਬਹੁਤ ਸਾਰੇ ਇਹਦੇ ਨਾਲ ਪਹਿਲੂ ਨੇ, ਪਰ ਦੇਖਦੇ ਹਾਂ ਪਾਲਿਸੀ ਕਿਵੇਂ ਇੰਪਲੀਮੈਂਟ ਹੁੰਦੀ ਆ। ਇਹਦਾ ਸੌਖਾ ਸਿੱਧਾ ਪੱਧਰਾ ਸੋਲਿਊਸ਼ਨ ਕਿਤੇ ਵੀ ਕਿਸੇ ਵੀ ਪਾਸੇ ਸਰਕਾਰ ਨੂੰ ਲੱਭਦਾ ਨਹੀਂ। ਕਈਆਂ ਦਾ ਇਹ ਮੰਨਣਾ ਕਿ ਮੁਕੰਮਲ ਬੈਨ ਤੇ ਸਖਤੀ ਇਹਦਾ ਇੱਕ ਇਲਾਜ ਹੈ, ਕਿਉਂਕਿ ਫਿਰ ਸਿੰਗਾਪੁਰ ਵਰਗੇ ਮੁਲਕਾਂ ਦਾ ਤੇ ਦੁਬਈ ਵਰਗੇ ਮੁਲਕਾਂ ਦਾ ਐਗਜ਼ਾਮਪਲ ਦਿੱਤਾ ਜਾਂਦਾ ਕਿ ਜੇ ਡਰੱਗਸ ਨੂੰ ਠੱਲ ਪਾਉਣੀ ਆ ਤਾਂ ਫਿਰ ਉੱਦਾਂ ਦੀ ਪਾਲਿਸੀ ਲਿਆਓ। ਪਰ ਉੱਦਾਂ ਦੀ ਪਾਲਿਸੀ ਵੀ ਲਾਗੂ ਕਰਨੀ ਸੌਖੀ ਨਹੀਂ, ਇੱਛਾ ਸ਼ਕਤੀ ਬਹੁਤ ਚਾਹੀਦੀ ਆ। ਹਾਂ ਬਿਲਕੁਲ ਨਹੀਂ, ਪਰ ਤੁਸੀਂ ਸਿੰਗਾਪੁਰ ਦੁਬਈ ਦੀ ਤੇ ਉਹ ਤੁਹਾਡੀ ਐਗਜ਼ਾਮਪਲ ਲੈਣ ਕਿ ਵੇਖੋ ਜੀ ਉੱਥੇ ਵੀ ਤੇ ਆ ਹੋ ਗਿਆ ਨਾ, ਮੈਰੀਜੁਆਨਾ ਫਲਾਣੇ ਨੇ ਖੁੱਲਾ ਕਰ ਦਿੱਤਾ। ਤਾਂ ਜਿਨ੍ਹਾਂ ਨੇ ਉਸ ਪਾਸੇ ਨੂੰ ਜਾਣਾ ਉਹ ਉਸ ਪਾਸੇ ਦੇ ਮਿਸਾਲ ਲੈਣਗੇ, ਜਿਨ੍ਹਾਂ ਨੇ ਉਲਟ ਜਾਣਾ ਉਹ ਉਸ ਪਾਸੇ ਦੇ ਮਿਸਾਲ ਲੈਣਗੇ। ਪਰ ਗੱਲ ਇਹ ਆ ਕਿ ਕੁਦਰਤੀ ਨਸ਼ਿਆਂ ਵਾਲੀ ਗੱਲ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਆ ਪੰਜਾਬ ਦੇ ਵਿੱਚ ਸਿਰੇ ਚਰਚਾ ਹੈ। ਤਾਂ ਹੋ ਸਕਦਾ ਉਹਦਾ ਇੱਕ ਰਸਤਾ ਬਣਾਇਆ ਜਾ ਰਿਹਾ ਹੋਵੇ ਇਲਾਜ ਵਾਸਤੇ। ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਵਿਜੇ ਜੀ, ਮੈਨੂੰ ਤੁਹਾਡੇ ਇੱਥੇ ਦੇ ਇਲਾਜ ਬਾਰੇ ਨਹੀਂ ਪਤਾ ਇੰਨਾ ਬਹੁਤਾ, ਪਰ ਇੱਥੇ ਕੀ ਹੈ, ਇੱਥੇ ਬੁਫਰੀ ਨੋਰਫਿਨ ਦਿੰਦੇ ਆ, ਉਹ ਵੀ ਇੱਕ ਤਰ੍ਹਾਂ ਨਾਲ ਨਸ਼ਾ ਹੀ ਹੁੰਦਾ। ਉਹ ਜੀਭ ਦੇ ਥੱਲੇ ਰੱਖਦੇ ਨੇ, ਉਹਦੇ ਨਾਲ ਬੰਦਾ ਜਾਨੀ ਸੈੱਟ ਹੋ ਕੇ ਸਾਰਾ ਦਿਨ ਕੰਮਕਾਰ ਵੀ ਕਰਦਾ ਰਹਿੰਦਾ ਆ। ਹੋਰ ਸਾਡੇ ਕੋਲ ਇੱਥੇ ਕੋਈ ਆਪਸ਼ਨ ਨਹੀਂ ਹੈਗਾ, ਨਾ ਸਾਡੇ ਕੋਲ ਚੱਜ ਦਾ ਕਹਿ ਲਓ ਕਿ ਕਾਉਂਸਲਿੰਗ ਵਾਸਤੇ ਮੈਕੈਨਿਜ਼ਮ ਹੈ, ਨਾ ਸਾਡੇ ਕੋਲ ਮੈਂਟਲੀ ਹੈਲਥ ਵਾਸਤੇ ਕੋਈ ਮੈਕੈਨਿਜ਼ਮ ਹੈ। ਇਹ ਚੀਜ਼ਾਂ ਤੁਹਾਨੂੰ ਰੀਹੈਬ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਨੇ। ਤਾਂ ਉਹ ਢਾਂਚਾ ਜਾਂ ਤਾਂ ਫਿਰ ਤੁਹਾਨੂੰ ਨਾਲ ਵਿਕਸਿਤ ਕਰਨਾ ਪਏਗਾ ਜੇਕਰ ਤੁਸੀਂ ਇਸ ਪਾਸੇ ਨੂੰ ਤੁਰਨਾ, ਤਾਂ ਉਹਦੇ ਤੇ ਖਾਸਾ ਪੈਸਾ ਚਾਹੀਦਾ ਤੁਹਾਨੂੰ। ਮਿੰਟੂ ਜੀ, NIA ਨੇ ਪੰਜਾਬ ਹਰਿਆਣਾ ਦੇ ਗੈਂਗਸਟਰਸ ਦੇ ਉੱਪਰ ਇਨਾਮ ਐਲਾਨ ਕਰ ਦਿੱਤੇ ਨੇ ਜੀ। ਹਾਂਜੀ ਬਿਲਕੁਲ, 1 ਤੋਂ 5 ਲੱਖ ਰੁਪਏ ਤੱਕ ਦਾ ਇਨਾਮ ਜਿਹੜਾ ਉਹ 8 ਗੈਂਗਸਟਰਾਂ ਤੇ ਐਲਾਨਿਆ ਗਿਆ। ਵਾਂਟਡ ਸੂਚੀ ਦੇ ਵਿੱਚ ਇਹਨਾਂ ਨੂੰ ਪਾ ਦਿੱਤਾ ਗਿਆ। ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਕੁਝ ਗੈਂਗਸਟਰਾਂ ਨੂੰ ਇਹਨਾਂ ਨੇ ਅੱਤਵਾਦੀਆਂ ਦੀ ਸੂਚੀ 'ਚ ਪਾ ਰੱਖਿਆ, ਕੁਝ ਨੂੰ ਵਾਂਟਡ ਦੀ ਸੂਚੀ 'ਚ ਪਾ ਰੱਖਿਆ। ਤਾਂ ਹੁਣ ਇਹ ਜਿਹੜੇ 8 ਨਾਮ ਆ, ਇਹਨਾਂ ਦੇ ਵਿੱਚ ਕਈ ਗਰੁੱਪਾਂ ਦੇ ਵੈਸੇ ਸਿੰਡੀਕੇਟ ਬਣੇ ਹੋਏ ਨੇ। ਬੰਬੀਹਾ ਸਿੰਡੀਕੇਟ ਨੂੰ ਆਪਰੇਟ ਕਰ ਰਿਹਾ ਜਿਹੜਾ ਲੱਕੀ ਪਟਿਆਲ। ਇਹ ਤੋਂ ਇਲਾਵਾ ਕੌਸ਼ਲ ਚੌਧਰੀ, ਉਹਦਾ ਖਾਸ ਗੁਰਗਾ ਸੰਦੀਪ ਉਰਫ ਬੰਦਰ, ਇਹ ਨਾਂ ਲਿਖਿਆ ਹੋਇਆ। ਇਹ ਕਹਿੰਦੇ ਕਿ ਸਾਰੇ ਜਿਹੜੇ ਆ ਉਹ ਫਰਾਰ ਚੱਲ ਰਹੇ ਆ ਇਸ ਵੇਲੇ। ਤਾਂ ਇਹ 8 ਨੇ ਤਕਰੀਬਨ ਜਿਨ੍ਹਾਂ ਦਾ ਨਾਂ ਇੱਧਰ ਪਾਇਆ ਗਿਆ ਇਸ ਲਿਸਟ ਦੇ ਵਿੱਚ। ਤਾਂ ਦੇਖੋ ਗੱਲ ਕੀ ਹੈ ਕਿ ਇਹ ਜਿਹੜੇ 8 ਹੋਣ 10 ਹੋਣ, ਇਹ ਸੂਚੀ ਤਾਂ ਹੁਣ ਵਧੇਗੀ ਇਹ ਸੂਚੀ ਵੱਧਦੀ ਜਾਏਗੀ। ਤਾਂ ਇਹਦੇ ਵਿੱਚ ਮਸਲਾ ਜਿਹੜਾ NIA ਦਾ ਬਸ ਉਹ ਇਹੋ ਹੀ ਜਾਪਦਾ ਹੈ ਕਿ ਕੇਂਦਰ ਸਰਕਾਰ ਇਹਦੇ ਤੇ ਕੰਮ ਕਰ ਰਹੀ ਹੈ। ਡਾਟਾ ਜਿਹੜਾ ਵੱਖ-ਵੱਖ ਸਟੇਟਾਂ 'ਚੋਂ ਇਕੱਠਾ ਕਰਦੇ ਨੇ। ਫਿਰ ਹੁਣ ਕੋਸ਼ਿਸ਼ ਤਾਂ ਇਹੀ ਕੀਤੀ ਜਾ ਰਹੀ ਆ ਕਿ ਇਹਨਾਂ ਦੇ ਜਿਹੜੇ ਇੱਧਰ ਹੈਗੇ ਨੇ ਕਰਿੰਦੇ ਆ, ਛੋਟੇ ਮੋਟੇ ਹੋਰ ਸਪੋਰਟਰ ਆ, ਕਿ ਉਹਨਾਂ ਨੂੰ ਖਿੰਡਾ ਦਿੱਤਾ ਜਾਵੇ, ਛਾਪੇਮਾਰੀ ਕੀਤੀ ਜਾਵੇ, ਉਹਨਾਂ ਨੂੰ ਫੜ ਕੇ ਕੇਸ ਪਾ ਕੇ ਅੰਦਰ ਘਲਾ ਦਿੱਤਾ ਜਾਵੇ। ਪਰ ਜਿਹੜੇ ਹੁਣ ਬਾਹਰ ਬੈਠੇ ਆ, ਕਿਉਂਕਿ ਉਹ ਖਿੱਲਰ ਗਏ ਨਾ, ਗਰੁੱਪ ਖਿੱਲਰ ਗਏ। ਬੰਬੀਹਾ ਸਿੰਡੀਕੇਟ, ਉਹ ਵੀ ਉਹਨਾਂ ਦੇ ਵੀ ਬੰਦੇ ਬਹੁਤ ਨੇ ਬਾਹਰ। ਦੂਸਰੇ ਪਾਸੋਂ ਲਾਰੈਂਸ ਹੋਰੀ, ਉਹਨਾਂ ਦੇ ਗਰੁੱਪ ਦੇ ਵੀ ਬੰਦੇ ਬਹੁਤ ਨੇ। ਤਾਂ ਉਹਨਾਂ ਵਾਸਤੇ ਕੀ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਨਾਲ ਅੱਛੇ ਤਾਲੁਕ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਜਾਂ ਕਿਸੇ ਤਰੀਕੇ ਦੇ ਨਾਲ ਇੱਧਰ ਲੈ ਆਂਦਾ ਜਾਵੇ। ਇਹ ਹੱਥ ਪੈਰ ਹੀ ਆ, ਹੱਥ ਪੈਰ ਮਾਰਨੀ ਹੈ। ਕੋਈ ਪੱਕਾ ਜਿਵੇਂ ਨਸ਼ੇ ਵਾਲੀ ਗੱਲ ਕਰਦੇ ਆ ਨਾ ਆਪਾਂ,
ਕਿ ਹਾਲ ਦੀ ਘੜੀ ਜਿਹੜਾ ਇਹ ਸੰਗਠਿਤ ਕ੍ਰਾਈਮ ਆ ਉਹਦਾ ਕੋਈ ਹੱਲ ਨਹੀਂ ਹੈਗਾ, ਕਿਉਂਕਿ ਇਹ ਵਰਤਾਰਾ ਜਿਹੜਾ ਉਹ ਤੇਜ਼ੀ ਨਾਲ ਸਗੋਂ ਵੱਧ ਰਿਹਾ, ਕਿਉਂਕਿ ਜਿਵੇਂ ਜਿਵੇਂ ਬਾਹਰ ਨਿਕਲ ਰਹੇ ਨੇ ਗੈਂਗਸਟਰ, ਜਿਵੇਂ ਜਿਵੇਂ ਵਾਂਟਡ ਬੰਦੇ ਬਾਹਰ ਨਿਕਲ ਰਹੇ ਨੇ, ਉਹਨਾਂ ਤੇ ਕੇਸ ਇੱਥੇ ਸਖਤ ਦਰਜ ਹੋ ਰਹੇ ਨੇ, ਉਹ ਇੱਧਰ ਕਦੇ ਆ ਕੇ ਰਾਜੀ ਨਹੀਂ ਹੈਗੇ, ਨਾ ਹੀ ਆਉਣਗੇ ਕਿ ਅਸੀਂ ਫਸ ਜਾਵਾਂਗੇ, ਬਹੁਤ ਕਸੂਤੇ ਸਾਨੂੰ ਸਾਰੀ ਜ਼ਿੰਦਗੀ ਰੋਲ ਦੇਣਗੇ। ਤਾਂ ਉੱਥੇ ਬੈਠੇ ਨੇ, ਹੁਣ ਉੱਥੇ ਬੈਠੇ ਉਹ ਇੱਥੇ ਆਪਰੇਟ ਕਰ ਲੈਂਦੇ ਨੇ ਸਾਰਾ ਕੁਝ। ਜੇ ਕਿਸੇ ਨੂੰ ਮਰਵਾਉਣਾ ਤਦ ਵੀ ਸ਼ੂਟਰ ਹਾਇਰ ਕਰ ਲੈਂਦੇ ਨੇ, ਜੇਕਰ ਕਿਸੇ ਨੂੰ ਡਰਾਉਣਾ ਫੋਨ ਖੁਦ ਕਰ ਲੈਂਦੇ ਨੇ, ਜੇ ਕਿਸੇ ਦੇ ਘਰ ਦੇ ਅੱਗੇ ਫਾਇਰਿੰਗ ਕਰਾਉਣੀ ਆ ਤਾਂ ਉਸ ਤਰ੍ਹਾਂ ਦੇ ਬੰਦੇ ਲੱਭ ਜਾਂਦੇ ਆ, ਅਸਲੇ ਵਾਲੇ ਹੱਡ ਤੋਂ ਬੰਦਾ ਲੱਭ ਜਾਂਦੇ ਆ ਕਿ ਹਾਂ ਬਈ ਆ ਬੰਦੇ ਜਿਹੜੇ ਆ ਉਹ ਅਸਲਾ ਪ੍ਰੋਵਾਈਡ ਕਰ ਦਿੰਦੇ ਆ। ਸੋ ਇਸ ਕਰਕੇ ਇਹ ਜਿਹੜਾ ਫਲਾਹ ਹੋ ਗਿਆ ਹੈ ਨਾ, ਇਹ ਇਨਾਮ ਨੂੰ ਰੱਖਿਆ ਠੀਕ ਹੈ, ਚਲੋ ਇਹ ਕੋਸ਼ਿਸ਼ਾਂ ਹੁੰਦੀਆਂ, ਮੈਨੂੰ ਨਹੀਂ ਲੱਗਦਾ ਕਿ ਇਹ ਹਾਲ ਦੀ ਘੜੀ ਤੁਰੰਤ ਫੁਰੰਤ ਇਹਦੇ ਤੇ ਕੋਈ ਬਹੁਤ ਅਸਰ ਹੋਏਗਾ ਇਹਨਾਂ ਚੀਜ਼ਾਂ ਦੇ। ਜੀ ਮਿੰਟੂ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਫੇਰੀ ਤੇ ਆਏ ਹੋਏ ਨੇ, ਵਾਈਟ ਹਾਊਸ ਅੱਜ ਪਹੁੰਚੇ ਹੋਏ ਨੇ, ਤੇ ਅਮਰੀਕਾ ਤੇ ਭਾਰਤ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਵਾਸਤੇ ਜਿਹੜੀ ਇਹ ਫੇਰੀ ਹੈ ਤੇ ਮੁਲਾਕਾਤ ਅੱਜ ਹੋ ਰਹੀ ਹੈ, ਇਹ ਕਾਫੀ ਇੱਕ ਅਹਿਮ ਸਟੈਪ ਮੰਨੀ ਜਾ ਰਹੀ ਹੈ ਜੀ। ਜੀ ਬਿਲਕੁਲ, ਦੇਖੋ ਹੁਣ ਕਿਹੜੇ ਕਿਹੜੇ ਸਮਝੌਤੇ ਹੁੰਦੇ ਆ, ਇਹਦਾ ਐਲਾਨ ਤੇ ਇਹ ਕਰਨਗੇ ਦੁਵੱਲੀ ਗੱਲਬਾਤ ਤੋਂ ਬਾਅਦ, ਉਸ ਤੋਂ ਬਾਅਦ ਐਲਾਨ ਕਰਨਗੇ ਕਿ ਆਹ ਸਮਝੌਤੇ ਜਿਹੜੇ ਉਹ ਡਨ ਹੋਏ ਆ। ਪਰ ਦੋ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਆ ਰਹੀਆਂ ਕਿ ਇੱਕ ਤਾਂ GE ਦੇ ਨਾਲ HAL ਦੀ ਡੀਲ ਜਿਹੜੀ ਆ ਫਾਈਨਲ ਹੋ ਗਈ ਆ, ਮਤਲਬ ਕਿ ਜਿਹੜੇ ਲੜਾਕੂ ਜਹਾਜ਼ਾਂ ਦੇ ਇੰਜਨ ਹੈ ਜਿਹੜੇ ਕਿ ਬਹੁਤ ਵੱਡੀ ਚੁਣੌਤੀ ਆ ਕਈ ਦੇਸ਼ਾਂ ਵਾਸਤੇ, ਜਿਵੇਂ ਇੰਡੀਆ ਉਹਨਾਂ ਦੇ ਵਿੱਚੋਂ ਇੱਕ ਆ ਕਿ ਬਹੁਤ ਕੁਝ ਬਣਾ ਲਿਆ, ਪਰ ਤੁਸੀਂ ਦੇਖਿਆ ਹੋਣਾ ਕਿ ਫਾਈਟਰ ਜੈਟ ਦੇ ਇੰਜਨ ਨਹੀਂ ਬਣਦੇ। ਚਾਈਨਾ ਨੇ ਵੀ ਮਤਲਬ ਕਿ ਜਗਾੜ ਜਗੂੜ ਲਾ ਲਿਆ, ਇਧਰੋਂ ਉਧਰੋਂ ਕਰ ਲਈ ਟੈਕਨੋਲੋਜੀ ਇਕੱਠੀ ਕਰ ਲਈ, ਚੋਰੀ ਚਾਰੀ ਕਰ ਲਈ ਆ, ਪਰ ਬਹੁਤੇ ਮੁਲਕ ਹੈ ਜਿਹੜੇ ਗਾਂ ਐਟਮੀ ਤਾਕਤਾਂ ਵੀ ਹੋ ਸਕਦੇ ਆ ਜਾਂ ਬਹੁਤ ਗਾਂ ਤਰੱਕੀ ਵੀ ਕੀਤੀ ਹੈ, ਪਰ ਇਹਨਾਂ ਚੀਜ਼ਾਂ 'ਚ ਪਛੜੇ ਆ। ਤਾਂ ਇਹ ਡੀਲ ਇਸ ਲਿਹਾਜ਼ ਦੇ ਨਾਲ ਆ ਕਿ ਜਿਹੜੇ ਜਹਾਜ਼ਾਂ ਦੇ ਉਹਨਾਂ ਦੇ ਇੰਜਨ ਆ ਉਹ ਭਾਰਤ 'ਚ ਬਣ ਸਕਦੇ ਆਉਣ ਵਾਲੇ ਸਮੇਂ 'ਚ, ਕਿਉਂਕਿ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਇਹ ਕੰਮ ਕਰਦੀ ਆ। GE ਦੇ ਨਾਲ ਇਹਨਾਂ ਦੇ ਸਮਝੌਤੇ ਦੀ ਜਿਹੜੀ ਗੱਲ ਹੈ ਇੱਕ ਫਾਈਨਲ ਹੋਈ ਆ। ਦੂਜੇ ਪਾਸੇ ਜੇ ਦੇਖੀਏ ਨਾਸਾ ਦੇ ਸਪੇਸ ਪ੍ਰੋਗਰਾਮ ਜਿਹੜੇ ਆ ਉਸ ਇੱਕ ਸਮਝੌਤੇ ਦੇ ਨਾਲ ਵੀ ਇਹ ਜੁੜਨ ਜਾ ਰਹੇ, ਹਾਲਾਂਕਿ ਬਾਅਦ ਦੇ ਵਿੱਚ ਤਫਸੀਲ ਦੇ ਨਾਲ ਜਦੋਂ ਸਾਰੀਆਂ ਚੀਜ਼ਾਂ ਐਲਾਨੀਆਂ ਜਾਣਗੀਆਂ ਫੇਰ ਪਤਾ ਲੱਗੂਗਾ ਕਿ ਕਿਹੜੀਆਂ ਚੀਜ਼ਾਂ ਇਹਨਾਂ ਨੇ ਫਾਈਨਲਾਈਜ਼ ਕਰ ਦਿੱਤੀਆਂ, ਕਿਉਂਕਿ ਇਹਦੇ ਵਿੱਚ ਇੱਕ ਡਰੋਨ ਦੀ ਡੀਲ ਵੀ ਜਿਹੜੀ ਹੈ ਨਾ ਬੜੀ ਅਹਿਮ ਆ। ਇਸ ਕਰਕੇ ਲੈਟਸ ਹੁਣ ਦੇਖੋ ਕਿ ਕਿਹੜੀ ਡੀਲ ਫਾਈਨਲ ਹੁੰਦੀ ਹੈ, ਕਿਹੜੇ ਸਮਝੌਤੇ ਤੇ ਦਸਤਖਤ ਹੁੰਦੇ ਆ। ਪਰ ਜਿਵੇਂ ਤੁਸੀਂ ਦੱਸਿਆ ਕਿ ਰਿਸ਼ਤਿਆਂ 'ਚ ਗਰਮਜੋਸ਼ੀ ਆ, ਇੱਥੋਂ ਤੱਕ ਕਿ ਬਾਈਡਨ ਸਾਹਿਬ ਤੇ ਕਹਿ ਰਹੇ ਸਨ ਕਿ 21ਵੀਂ ਸਦੀ ਦੇ ਇਹ ਸਾਡੇ ਜਿਹੜੇ ਰਿਸ਼ਤੇ ਆ ਨਾ ਬੜੇ ਅਹਿਮ ਨੇ, ਵਾਕਈ ਅਹਿਮ ਨੇ, ਕਿਉਂਕਿ ਦੁਨੀਆ 'ਚ ਬਹੁਤ ਕੁਝ ਬਦਲਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਦੌਰਾਨ। ਤਾਂ ਦੇਖੋ ਇਹ ਰਿਸ਼ਤੇ ਕਿੰਨਾ ਕੁ ਸਾਥ ਨਿਭਾਉਂਦੇ, ਵੈਸੇ ਹੁਣ ਤੱਕ ਚੰਗਾ ਨਿਭਾ ਰਹੇ ਆ ਕਿ ਵੇਖੋ ਇੱਕ ਪਾਸੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਿੰਨੀਆਂ ਰਿਪੋਰਟਾਂ ਸੀਗੀਆਂ ਇੰਡੀਆ ਦੇ ਬਰਖਲਾਫ, ਉਹ ਸਾਰੀਆਂ ਦਰਕਨਾਰ ਨੇ, ਸਿਰਫ ਇੱਕੋ ਹੀ ਨਾਂ ਗੂੰਜਦਾ ਪਿਆ, ਮੋਦੀ ਮੋਦੀ ਮੋਦੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਹਾਂਜੀ ਬਿਲਕੁਲ, ਖੁਸ਼ਨੁਮਾ ਖਬਰ ਜੇ ਦੇਖੀਏ ਤਾਂ ਇਹ ਇੱਕ ਸਰਦਾਰ ਦੇ ਨਾਲ ਜੁੜੀ ਹੈ, ਸੁਖ ਅਮਰਤ ਸਿੰਘ ਇਹਨਾਂ ਦਾ ਨਾਮ ਆ, ਅੰਮ੍ਰਿਤਸਰ ਦੇ ਰਹਿਣ ਵਾਲੇ ਆ। ਇਹ ਕਹਿੰਦੇ ਕਿ ਦੇਖੋ ਭਾਈ ਆਪਾਂ ਗਾਂ ਨੂੰ ਮਾਂ ਨਹੀਂ ਮੰਨਦੇ, ਨਾ ਮੈਂ ਪੂਜਾ ਕਰਦਾ, ਪਰ ਸੱਚੇ ਦਿਲੋਂ ਸੇਵਾ ਕਰਦਾ। ਕਮਾਲ ਦੀ ਇਹਨਾਂ ਦੀ ਸੋਚ ਆ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਹੀ NGO ਬਣਾ ਕੇ ਗਊਸ਼ਾਲਾ ਜਿਵੇਂ ਟਰਸਟ ਜਿੱਦਾਂ ਚਲਾਉਂਦੇ ਨੇ ਉਸ ਤਰ੍ਹਾਂ ਤਕਰੀਬਨ 200-300 ਗਾਵਾਂ ਜਿਹੜੀਆਂ ਉਹ ਇਹਨਾਂ ਨੇ ਹੁਣ ਤੱਕ ਸਾਂਭੀਆਂ, ਇਲਾਜ ਕਰਦੇ ਨੇ, ਜਿੱਦਾਂ ਲਿਫਾਫੇ ਲਫੂਫੇ ਖਾ ਲੈਂਦੀਆਂ ਨੇ। ਹੁਣ ਦੇਖੋ ਇੱਕ ਤੇ ਹੁੰਦੀ ਹੈ ਨਾ ਕਿ ਜਿਵੇਂ ਉਹਨਾਂ ਨੇ ਆਪ ਹੀ ਸਪਸ਼ਟ ਕੀਤਾ ਕਿ ਬਈ ਮੇਰੀ ਕੋਈ ਆਸਥਾ ਨਹੀਂ ਹੈ, ਪਰ ਸੇਵਾ ਮੈਂ ਆਪ ਦੀ ਤਨਦੇਹੀ ਨਾਲ ਕਰਦਾ। ਤਾਂ ਇਹ ਆ ਕਿ ਕਈ ਲੋਕ ਆਸਥਾ ਦਾ ਵਿਖਾਵਾ ਕਰਦੇ ਆ ਪਰ ਗਊਆਂ ਵਾਸਤੇ ਕਰਦੇ ਕੁਛ ਨਹੀਂ ਹੈ। ਪਰ ਦੂਸਰੇ ਪਾਸੇ ਕੁਛ ਲੋਕ ਵੱਖਰੇ ਜਿਹੜੇ ਸੇਵਾ ਭਾਵ ਦੇ ਨਾਲ ਉਧਰ ਕੰਮ ਕਰਦੇ ਆ। ਸੁਖ ਅਮਰਤ ਸਿੰਘ ਦੀ ਇਹ ਸਟੋਰੀ ਹੈ ਕਿ ਉਹ ਬਹੁਤ ਸ਼ਿੱਦਤ ਦੇ ਨਾਲ ਇੱਧਰ ਕੰਮ ਕਰਦੇ ਆ। ਬਜਟ ਵੀ ਉਹਨਾਂ ਦਾ ਜਿਹੜਾ ਲੱਖਾਂ ਦੇ ਵਿੱਚ ਆ, ਪਰ ਜਦੋਂ ਇਸ ਤਰ੍ਹਾਂ ਇਸ ਪਾਸੇ ਲੋਕ ਤੁਰ ਪੈਂਦੇ ਫਿਰ ਬਜਟ ਵੀ ਜਿਹੜਾ ਉਹ ਅਰੇਂਜ ਹੁੰਦਾ ਜਾਂਦਾ ਆ, ਆਪ ਹੀ ਕਰਨ ਵਾਲਾ ਜਿਹੜਾ ਨਾ ਦਰਵਾਜ਼ੇ ਖੋਲਦਾ ਜਾਂਦਾ ਹੈ ਜੀ।